ਧੰਨ ਧੰਨ ਬਾਬਾ ਆਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੇਰਾ ਜੀ ਆਪਣੇ ਪਰਿਵਾਰ ਦੱਸਦਾ ਜੀ। ਦਾਸ ਦਾ ਨਾਮ ਹੈਗਾ ਗੁਰਪਾਲ ਸਿੰਘ ਹੰਸਰਾ, ਅਤੇ ਮੈਨੂੰ ਆਮ ਤੌਰ 'ਤੇ ਇੱਥੇ ਪੰਜਾਬ ਸਾਰੇ ਜਾਣਦੇ ਆ ਜੀ, ਬਾਹਰ ਵੀ ਸਾਰੇ ਜਾਣਦੇ ਆ। ਅਤੇ ਦਾਸ ਅੱਜ ਹੀ ਕੈਲੀਫੋਰਨੀਆ ਤੋਂ ਆਇਆ, ਅਮਰੀਕਾ ਤੋਂ। ਮੈਂ 5-7 ਦਿਨ ਦੀ ਖਾਤਰ ਆਇਆ ਜੀ। ਮੈਨੂੰ ਜਾਣਾ ਪੈਣਾ ਛੇਤੀ। ਸਾਡੇ ਪਿਤਾ ਜੀ ਸੁਰਗਵਾਸ ਹੋ ਗਏ ਸੀ, ਉਹਨਾਂ ਦੀਆਂ ਮੈਂ ਆਸਤੀਆਂ ਲੈ ਕੇ ਆਏ ਹਾਂ। ਅਸੀਂ ਹਰੀ ਹਰੀ ਕੇ ਪੱਤਣ ਜਲ ਪ੍ਰਵਾਹ ਕਰਨੀ ਆ। ਪਰਸੋਂ ਨੂੰ ਜਿਸ ਸੰਗਤ ਨੇ ਵੀ ਜਾਣਾ ਹੋਵੇ, ਉਹ ਸੰਗਤ ਇੱਥੋਂ ਸਵੇਰੇ 9 ਵਜੇ ਰਵਾਨਾ ਹੋਣੇ ਜੀ, ਉਹਨਾਂ ਦੀ ਅੰਤਮ ਯਾਤਰਾ ਦੇ ਵਿੱਚ ਸ਼ਾਮਲ ਹੋ ਸਕਦਾ। ਦੂਸਰੀ ਬੇਨਤੀ ਇਹ ਹੈ ਜੀ, ਸਾਡਾ ਪਰਿਵਾਰ ਮੁੜ ਤੋਂ ਪਹਿਲਾਂ ਨਾਸਤਕ ਬਿਰਤੀ ਵਾਲਾ ਸੀਗਾ, ਇਸ ਘਰ ਨੂੰ ਨਹੀਂ ਸੀ ਮੰਨਦੇ। ਮੇਰੇ ਪਿਤਾ ਜੀ ਪ੍ਰਿੰਸੀਪਲ ਬਲਵੀਰ ਸਿੰਘ ਜੀ, ਅਤੇ ਜਿਨ੍ਹਾਂ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਪਾਸੋਂ ਅੰਮ੍ਰਿਤ ਛਕਿਆ, ਸਾਡੇ ਸਾਰੇ ਪਰਿਵਾਰ ਨੇ ਛਕਿਆ। ਅਤੇ ਉਹਨਾਂ ਨੂੰ ਬਾਬਾ ਜੀ ਨੇ ਇਸ ਪਾਸੇ ਲਾਇਆ। ਫਿਰ ਦਾਸ ਦੀ ਉਮਰ ਜੀ 7 ਸਾਲ ਦੀ ਸੀ। ਦਾਸ ਕੁਛ ਛੇਤੀ ਛੇਤੀ ਮੁਕਾਉਣਾ ਚਾਹੁੰਦਾ। 7 ਸਾਲ ਦੀ ਉਮਰ ਸੀ ਜਦੋਂ ਕਿ ਦਾਸ ਸਰੀਰ ਛੱਡ ਗਿਆ ਸੀ। ਅਤੇ ਬਾਬਾ ਜੀ ਦੇ ਬਚਨ ਸੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ, ਵੀ ਸੁਣ ਕੇ ਜੰਮ ਕੇ ਦੂਤ ਨੌ ਤੇਰਾ ਛੱਡ ਜਾਏ। ਬਾਬਾ ਜੀ ਨੇ ਬਚਨ ਕੀਤੇ ਸੀ, ਜੇ ਕਿਸੇ ਸੰਗੀ ਦੇ ਘਰੇ ਇਹੋ ਜਿਹੀ ਗੱਲ ਹੋ ਜੇ, ਤੁਸੀਂ ਗੱਜ ਵੱਜ ਕੇ ਕਹਿ ਦਿਆ ਕਰੋ ਅਸੀਂ ਬਾਬਾ ਜੀ ਦੇ ਸੰਗੀ ਆ, ਨਹੀਂ ਤਾਂ ਗੁਰਬਾਣੀ ਝੂਠੀ ਹੋਈ। ਇਸ ਤਰ੍ਹਾਂ ਹੋਇਆ ਜੀ। ਜਗਰਾਉਂ ਸਾਡੇ ਰਿਹਾਇਸ਼ ਸੀਗੀ। ਮੇਰੇ ਪਿਤਾ ਜੀ ਥੱਲੇ 60-70 ਬੱਚਿਆਂ ਨੂੰ ਪੜ੍ਹਾ ਰਹੇ ਆ, ਅਤੇ ਉੱਤੇ ਇਹ ਪਾਣਾ ਵਰਤ ਗਿਆ। ਮੇਰੇ ਦਾਦਾ ਜੀ ਡਾਕਟਰ ਸੀ, ਡਾਕਟਰ ਕੁਲਵੰਤ ਸਿੰਘ, ਉੱਥੇ ਉਹ ਵੀ ਆ ਗਏ। ਅਤੇ ਸਮਾਂ ਇਸ ਤਰ੍ਹਾਂ ਹੋਇਆ ਜੀ, ਮੈਂ ਸਰੀਰ ਛੱਡ ਗਿਆ ਅਤੇ ਪਰਿਵਾਰ ਸਾਰਾ ਰੋਣ ਲੱਗ ਗਿਆ। ਮੇਰੇ ਪਿਤਾ ਜੀ ਉੱਪਰ ਆਏ ਅਤੇ ਉਹਨਾਂ ਨੇ ਜਾ ਕੇ ਦੇਖਿਆ ਵੀ ਬੱਚਾ ਖਤਮ ਹੋ ਗਿਆ। ਡਾਕਟਰਾਂ ਨੇ ਨਬਜ਼ ਦੇਖੀ, ਉਹ ਵੀ ਖਤਮ ਸੀ। ਫਿਰ ਉਹਨਾਂ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਦਾ ਸਰੂਪ ਸੀਗਾ, ਛੋਟਾ ਜਿਹਾ ਸਾਡੇ ਅਲਮਾਰੀ ਦੇ ਵਿੱਚ ਵਿਰਾਜਮਾਨ ਸੀ। ਅਲਮਾਰੀ ਉਹਨਾਂ ਨੇ ਖੋਲ੍ਹੀ ਅਤੇ ਬਾਬਾ ਜੀ ਦੇ ਸਰੂਪ ਦੇ ਦਰਸ਼ਨ ਹੋਏ। ਅਤੇ ਮੇਰੇ ਪਿਤਾ ਜੀ ਨੇ ਗੱਜ ਵੱਜ ਕੇ ਕਿਹਾ, ਉਹ ਜਮਦੂਤ ਬੱਚੇ ਨੂੰ ਛੱਡ ਜਾਓ, ਅਸੀਂ ਬਾਬਾ ਜੀ ਦੇ ਸੰਗੀ। ਸਾਰਿਆਂ ਦੇ ਸਾਹਮਣੇ ਦਾਸ ਉੱਠ ਕੇ ਬਹਿ ਗਿਆ ਅਤੇ ਪਿਤਾ ਜੀ ਨੂੰ ਗਲਵਟਕੀ ਪਾ ਲਈ ਵੀ ਬਈ ਤੁਸੀਂ ਰੋਂਦੇ ਕਿਉਂ? ਬਿਲਕੁਲ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਗੱਲਾਂ ਕਰਨ ਲੱਗਿਆ ਜੀ। ਇਹ ਤਾਂ ਦਾਸ ਨਾਲ ਹੋਈ ਜੀ ਗੱਲ। ਦਾਸ ਦੀ ਭੂਆ ਦੀ ਕੁੜੀ, ਮੇਰੀ ਭੂਆ ਇੱਥੇ ਬੈਠੀ ਹੈ ਜੀ, MA MEd ਆ ਅਤੇ ਲੈਕਚਰਰ ਆ। ਮੈਂ ਉਹਦੇ ਕੋਲ ਹੁਣ ਵੀ ਗੱਲ ਕੀਤੀ ਆ, ਹੁਣ ਵੀ ਦੱਸੀ ਆ। ਅਤੇ ਦਾਸ ਦੀ ਭੂਆ ਦੀ ਕੁੜੀ ਬਾਬਾ ਜੀ ਦੇ ਦੀਵਾਨ ਦੇ ਵਿੱਚ, ਨਵੇਂ ਸੱਚਖੰਡ ਦੇ ਵਿੱਚ ਬਾਬਾ ਜੀ ਦੇ ਦੀਵਾਨ ਦੇ ਵਿੱਚ ਕੁੜੀ ਸਰੀਰ ਛੱਡ ਗਈ, ਕੁੜੀ ਚਰਨਪ੍ਰੀਤ ਕੌਰ। ਅਤੇ ਬਾਬਾ ਜੀ ਬਚਨ ਕਰੀ ਗਏ ਆ, ਪਾਤਸ਼ਾਹ ਬਚਨ ਕਰੀ ਗਏ। ਬਾਬਾ ਜੀ ਨੇ ਬਿਲਕੁਲ ਨਹੀਂ ਦੇਖਿਆ। ਅਤੇ ਮੇਰੇ ਦਾਦਾ ਜੀ ਨੂੰ ਸਾਡੀ ਦਾਦੀ ਨੇ ਇਸ਼ਾਰਾ ਕੀਤਾ ਵੀ ਆਓ ਬੱਚੀ ਦਾ ਦੇਖੋ। ਮੇਰੇ ਦਾਦਾ ਜੀ ਗਏ ਬਾਬਾ ਜੀ ਦੇ ਦੀਵਾਨ ਦੇ ਵਿੱਚ, ਚੱਲਦੇ ਦੀਵਾਨ ਦੇ ਵਿੱਚ, ਅਤੇ ਬਾਬਾ ਜੀ ਨੇ ਜਾ ਕੇ, ਮੇਰੇ ਦਾਦਾ ਜੀ ਨੇ ਜਾ ਕੇ ਬੱਚੀ ਦੇਖੀ ਅਤੇ ਬੱਚੀ ਖਤਮ ਸੀ। ਮੇਰੇ ਦਾਦੀ ਨੂੰ ਫਿਰ ਮੇਰੇ ਦਾਦਾ ਜੀ ਨੇ ਕਿਹਾ ਵੀ ਬਾਹਰ ਬਹਿ ਜਾ, ਬਾਬਾ ਜੀ ਦੇ ਦੀਵਾਨ ਦੀ ਵਿਘਨ ਨਾ ਪਵੇ, ਵੀ ਬੱਚੀ ਨੇ ਜਿੱਥੇ ਜਾਣਾ ਸੀ ਚਲੀ ਗਈ। ਮੇਰੀ ਭੂਆ, ਸਕੀ ਭੂਆ, ਹੈਡ ਮਿਸਟਰਸ ਰਿਟਾਇਰ, ਰਿੰਪਲ ਮੁੰਡਾ DEO ਲੱਗਿਆ ਹੈ, ਉਹਦੀ ਮਦਰ ਅੱਧਾ ਘੰਟਾ ਕੁੜੀ ਨੂੰ ਮਰੀ ਹੋਈ ਨੂੰ ਲੈ ਕੇ ਪਿੱਪਲ ਥੱਲੇ ਬੈਠੀ ਰਹੀ। ਫਿਰ ਬਾਬਾ ਜੀ ਨੇ ਜਦੋਂ ਬਚਨ ਹੋਏ, ਬਚਨ ਕੀ ਸਮਾਪਤੀ ਹੋਈ, ਫਿਰ ਬਾਬਾ ਜੀ ਨੇ ਪੁੱਛਿਆ ਵੀ ਡਾਕਟਰ ਸਾਹਿਬ ਬੱਚੇ ਦਾ ਕੀ ਹਾਲ ਆ? ਅਤੇ ਉਹਨਾਂ ਨੇ ਦੱਸਿਆ ਵੀ ਬਾਬਾ ਜੀ ਉਹ ਤਾਂ ਸੱਚਖੰਡ ਨੂੰ ਚਲੀ ਗਈ ਬੱਚੀ। ਅਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਵੀ ਇੱਥੇ ਕਲਯੁਗ ਕੀ ਆਸ ਕਿਵੇਂ ਆ ਸਕਦਾ? ਗੁਰੂ ਨਾਨਕ ਦਾ ਘਰ ਆ, ਇੱਥੇ ਕਲਯੁਗ ਕੀ ਆਸ? ਲਿਆਓ ਬੱਚੀ ਨੂੰ। ਸਾਰਿਆਂ ਦੇ ਸਾਹਮਣੇ ਬੱਚੀ ਕਿਹਾ, ਇੰਦਰ ਸਿੰਘ ਗੱਡਾ ਜੀ ਸੀ, ਉਹਨਾਂ ਨੇ ਕਿਹਾ ਵੀ ਅੰਦਰੋਂ ਲੈ ਕੇ ਆਓ ਅੰਮ੍ਰਿਤ। ਉਹ ਅੰਮ੍ਰਿਤ ਲੈ ਕੇ ਆਇਆ, ਉਹਨਾਂ ਨੇ ਮੂੰਹ 'ਚ ਪਾਇਆ ਬੱਚੀ ਦੇ, ਕੁੜੀ ਸਰਜੀਤ ਹੋ ਗਈ। ਅੱਜ ਕੁੜੀ ਬਈ ਕੈਨੇਡਾ 'ਚ ਰਹਿੰਦੀ ਆ। ਸਾਰੇ ਬਾਬਾ ਜੀ ਬਖਸ਼ੇ। ਬਾਬਾ ਜੀ ਦੀਆਂ ਬਹੁਤ ਕਰਾਮਾਤਾਂ ਜਦੋਂ ਠਾਠ ਬਣਦਾ ਸੀ। ਮੈਂ ਜੀ ਉਹ ਗੱਲਾਂ ਕਰੂੰ ਜਿਹੜੀਆਂ ਕਿ ਦਾਸ, ਮੈਂ MA ਕੀਤੀ ਹੈ ਇਕਨੋਮਿਕਸ ਦੀ DAV ਕਾਲਜ ਜਲੰਧਰੋਂ। ਮੈਂ ਦਾਸ ਗੁਰਦੁਆਰਾ ਫਰੀਮੌਂਟ ਅਮਰੀਕਾ ਦਾ, ਜਿਹੜਾ ਕਿ ਸਭ ਤੋਂ ਵੱਡਾ ਗੁਰੂ ਘਰ, ਦਾਸ ਜਿਹੜਾ ਅਮਰੀਕਾ ਦਾ ਸਭ ਤੋਂ ਵੱਡਾ ਗੁਰੂ ਘਰ ਆ ਫਰੀਮੌਂਟ। ਦਾਸ ਉੱਥੇ 2010 ਤੋਂ 12 ਅਤੇ 12 ਤੋਂ 14
ਉੱਥੇ ਪੰਜਾਂ ਸਿੰਘਾਂ 'ਚ ਦਾਸ ਨੇ ਸੇਵਾ ਨਿਭਾਈ ਆ। ਤੇ ਆ ਹੁਣ ਵੀ ਦਾਸ ਘੂਰ ਕਮੇਟੀ ਦਾ ਮੈਂਬਰ ਆ। ਜਿੰਨੇ ਵੀ ਨਾਨਕਸਰੋਂ ਮਹਾਂਪੁਰਸ਼ ਜਾਂਦੇ ਆ ਅਸੀਂ ਸਾਰਿਆਂ ਦੇ ਦੀਵਾਨ ਲਾਉਣੇ ਉੱਥੇ ਵੀ ਲਾਓ, ਜਿਹੜਾ ਕਿ ਸਭ ਤੋਂ ਵੱਡਾ ਗੁਰੂ ਘਰ ਆ। ਬਾਬਾ ਕਾਲਾ ਸਿੰਘ ਜੀ ਜਾਂਦੇ ਆ, ਬਾਬਾ ਲੱਖਾ ਸਿੰਘ ਜੀ ਜਾਂਦੇ ਆ, ਸਭ ਦੇ ਦੀਵਾਨ ਲਾਉਣੇ ਆ ਵੀ ਉੱਥੇ ਲਾਉਣੇ ਆ। ਜਦੋਂ ਠਾਠ ਦੀ ਉਸਾਰੀ ਹੋ ਰਹੀ ਸੀ ਜੀ, ਮੈਂ 2-4 ਬਚਨ ਕਰਕੇ ਸਮਾਪਤੀ ਕਰ ਦੇਣੀ ਆ। ਤੇ ਵੀ ਮੈਂ 15 ਸਾਲ ਬਾਅਦ ਇੱਥੇ ਪਹੁੰਚਿਆ ਜੀ ਅੱਜ, ਤੇ ਮੈਂ ਵੀ ਮੇਰੇ ਬਲਬਲੇ ਮੈਂ ਕੁਝ ਬਚਨ ਕਰਨੇ ਚਾਹੁੰਦਾ ਹਾਂ। ਜਦੋਂ ਠਾਠ ਦੀ ਉਸਾਰੀ ਹੋਈ ਸੀ, ਸਾਡੇ ਉੱਥੇ ਡਾਕਟਰ ਸੁਖਜੀਤ ਸਿੰਘ ਚਾਹਲ ਰਹਿੰਦੇ ਆ, ਉਹਨਾਂ ਨੂੰ ਸਾਰੇ ਜਾਣਦੇ ਆ। ਉਹਨਾਂ ਨੇ ਵੀ ਉਹਨਾਂ ਦੀ ਮਾਤਾ ਵੀ ਬਿਮਾਰ ਸੀ, ਗਰਮੀਆਂ ਦੇ ਵਿੱਚ 2-2 ਰਜਾਈਆਂ ਸੀ ਚਰਨਜੀਤ ਦੇ ਬੁੰਗੇ ਕੋਲ। ਬਾਬਾ ਜੀ ਜਾ ਰਹੇ ਸੀ ਪਾਤਸ਼ਾਹ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਦੇ 2-2 ਰਜਾਈਆਂ ਲਈਆਂ ਹੋਈਆਂ। ਬਾਬਾ ਜੀ ਨੇ ਪੁੱਛਿਆ ਵੀ ਇਹ ਮਾਤਾ ਨੂੰ ਕੀ ਹੋਇਆ? ਉਹ ਕਹਿੰਦੇ ਸੱਚੇ ਪਾਤਸ਼ਾਹ ਇਹ ਤਾਂ ਵੀ ਸਰੀਰ ਤਿਆਗਣ ਤੇ। ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ। ਬਾਬਾ ਜੀ ਕਹਿੰਦੇ ਰੱਬ ਸੀ ਆਪ। ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ, ਕਰੋ ਸੇਵਾ ਗੁਰੂ ਨਾਨਕ ਦੇ ਘਰ ਦੀ, ਸਭ ਕੁਝ ਠੀਕ ਹੋ। ਉਹ ਸਾਡੇ ਮੇਰੀ ਭੂਆ, ਮੇਰੀ ਮਦਰ, ਮੈਂ ਸਭ ਕੁਝ ਦੇਖਿਆ। ਉਹ ਮਾਤਾ ਨੇ ਡਾਕਟਰ ਸੁਖਜੀਤ ਸਿੰਘ ਚਾਹਲ ਦੀ ਮਾਤਾ ਦੇ ਚੁੰਨੀ ਨਾਲ ਇੰਨੀ ਮਿੱਟੀ ਰੱਖੀ, ਬੰਨ੍ਹ ਕੇ ਹੌਲੀ ਹੌਲੀ ਤੁਰ ਕੇ ਸੇਵਾ ਕੀਤੀ। ਫਿਰ ਉਹੀ ਮਾਤਾ ਸਿਰ ਦੇ ਉੱਤੇ 2-2 ਕੜਾਹੀਏ ਲੈ ਕੇ ਇੱਥੇ ਸੇਵਾ ਕਰਦੀ। ਮੈਨੂੰ ਅਮਰੀਕਾ ਹੂਸਟਨ ਟੈਕਸਸ ਜਾਣ ਦਾ ਸਬਬ ਪ੍ਰਾਪਤ ਹੋਇਆ। ਉੱਥੇ ਮੈਨੂੰ ਮੋਗੇ ਵਾਲੇ ਪ੍ਰੀਤਮ ਸਿੰਘ ਮਸਤਾਨਾ ਜੀ, ਉਹਨਾਂ ਨੇ ਮੈਨੂੰ ਦੱਸਿਆ, ਤੇ ਉਹਨਾਂ ਦੇ ਲੜਕਾ ਬਾਇਰੂਪਾਲ ਸਿੰਘ ਉੱਥੇ ਅਮਰੀਕਾ 'ਚ ਮਿਲਿਆ। ਉਹਨੇ ਬਾਬਾ ਜੀ ਦਾ ਬਚਨ ਦੱਸਿਆ ਵੀ ਕਹਿੰਦੇ ਸਾਡੀ ਮਾਤਾ ਬਹੁਤ ਬਿਮਾਰ ਸੀ, ਸਾਡੀ ਮਾਤਾ ਕਹਿੰਦੇ ਬਹੁਤ ਬਿਮਾਰ ਸੀ। ਅਸੀਂ ਦਿਆਨੰਦ ਮੈਡੀਕਲ ਕਾਲਜ ਲੁਧਿਆਣੇ ਲਿਜਾ ਰਹੇ ਹਾਂ, ਤੇ ਲਿਜਾਣ ਤੋਂ ਪਹਿਲਾਂ ਵੀ ਉਹ ਕਹਿੰਦੇ ਵੀ ਆਪਾਂ ਮਾਤਾ ਨੂੰ ਵੀ ਇੱਥੇ ਵੀ ਬਾਬਾ ਜੀ ਦੇ ਭਗਤ ਆਈ ਅਸੀਂ, ਤੂੰ ਮਾਤਾ ਨੂੰ ਇੱਥੇ ਪਾਤਾ, ਮਾਤਾ ਤੇ ਬਹਿ। ਤੇ ਉਹ ਆਪ ਬਾਬਾ ਜੀ ਕੋਲ ਅੰਦਰ ਚਲੇ ਗਏ। ਉਹ ਉਡੀਕ ਰਹੇ ਸੀ, ਬਾਬਾ ਜੀ ਨੂੰ ਉਡੀਕ ਰਹੇ ਸੀ। ਤੇ ਬਾਬਾ ਜੀ ਜਦੋਂ ਲੰਘ ਲੱਗੇ, ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਬਾਬਾ ਜੀ ਨੇ ਬਚਨ ਕੀਤਾ ਵੀ ਬੀਬਾ ਤੈਨੂੰ ਕੀ ਹੋਇਆ? ਤੇ ਉਹ ਕਹਿੰਦੇ ਜੀ ਵੀ ਮੈਂ ਤਾਂ ਜੀ ਮਰਨ ਕਿਨਾਰੇ ਆ ਜੀ, ਮੈਂ ਤਾਂ ਉੱਥੇ ਜਾ ਰਹੀ ਹਾਂ ਬਾਬਾ ਜੀ, ਉੱਥੇ ਦਿਆਨੰਦ ਹਸਪੀਟਲ। ਹੌਲੀ ਹੌਲੀ ਜਵਾਨ 'ਚ ਗਿਆ। ਬਾਬਾ ਜੀ ਕਹਿੰਦੇ ਕੁਛ ਨਹੀਂ ਹੋਇਆ, ਚੱਕ ਸੇਵਾ ਕਰ, ਗੁਰੂ ਨਾਨਕ ਦਾ ਘਰ ਬਣ ਰਿਹਾ। ਤੇ ਪ੍ਰੀਤਮ ਸਿੰਘ ਮਸਤਾਨਾ ਜੀ ਉੱਥੇ ਆ ਅੰਦਰ, ਬਾਬਾ ਜੀ ਕੋਲ ਭੁਗਤਣ ਲਿਆ। ਤੇ ਜਦੋਂ ਮੁੜ ਕੇ ਆਏ ਤੇ ਮਾਤਾ ਨੂੰ ਲੱਭਦੇ, ਫਿਰ ਮਾਤਾ ਲੱਭੇ ਹੀ ਨਾ, ਕਿੱਥੇ ਗਈ? ਉਹ ਕਹਿੰਦੇ ਅਸੀਂ ਬੜੇ ਹੈਰਾਨ, ਅਸੀਂ ਉੱਥੇ ਹਸਪੀਟਲ ਲੈ ਕੇ ਚੱਲੇ ਆ, ਮਾਤਾ ਮਰਨ ਕਿਨਾਰੇ ਆ, ਕਿੱਥੇ ਚਲੀ ਗਈ? ਫਿਰ ਲੱਭਿਆ ਤੇ ਮਾਤਾ ਜਿਹੜੀ ਸੀ ਵੀ ਸੇਵਾ ਕਰ ਰਹੀ ਸੀ। ਬਾਬਾ ਜੀ ਨੇ ਬਹੁਤ ਦੁਨੀਆ ਨੂੰ ਉਮਰਾਂ ਵਧਾਈਆਂ। ਇੱਥੇ ਪਹਿਲਾ ਜਿਹੜਾ ਆਪਣਾ ਗੇਟ ਬਣਿਆ ਜੀ, ਉਹਦੇ ਨਾਲ ਪਹਿਲਾ ਕਮਰਾ ਹੁੰਦਾ ਸੀਗਾ। ਤੇ ਭਾਈ ਸਰਦਾਰ ਜਸਵੰਤ ਸਿੰਘ ਬਾਗਾਂ ਵਾਲੇ, ਮੈਂ ਸਭ ਦਾ ਨਾਂ ਲਊਂਗਾ, ਸਭ ਕੋ ਮੈਂ ਵੀ ਪੜ੍ਹਿਆ ਲਿਖਿਆ, ਸਾਰਾ ਕੁਝ ਦੱਸੂਗਾ। ਤੇ ਸਰਦਾਰ ਜਸਵੰਤ ਸਿੰਘ ਬਾਗਾਂ ਵਾਲੇ ਬਾਬਾ ਜੀ ਦੇ ਪੁਰਾਣੇ ਸੰਗੀ ਸੀ, ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ। ਜਦੋਂ ਪੁੰਨਿਆਂ ਦੇ ਆਉਂਦੇ ਸੀ, ਸੰਗਤਾਂ ਆਉਂਦੀਆਂ, ਸੰਗੀ ਆਉਂਦੇ ਆ, ਉਹ ਉੱਥੇ ਕਮਰੇ ਦੀ ਸਫਾਈ ਪੁੰਨਿਆਂ ਤੋਂ ਪਹਿਲਾਂ ਆਉਂਦੇ ਸੀ। ਉਹ ਬਈ ਸੰਗਤਾਂ, ਉਹ ਚਾਬੀ ਮਿਲ ਜਾਂਦੀ ਸੀ, ਤੇ ਭਾਈ ਬਖਸ਼ੀ ਸਿੰਘ ਕੋਲ ਚਾਬੀ ਹੁੰਦੀ ਸੀ ਉਦੋਂ, ਤੇ ਉਹ ਲੈ ਕੇ ਚਾਬੀ, ਤੇ ਉਸ ਤੋਂ ਬਾਅਦ ਕਮਰਾ ਖੋਲ੍ਹੀ, ਤੇ ਜੋ ਕਮਰੇ ਦੀ ਸਫਾਈ ਕਰ ਰਹੀ ਸੀ, ਦੇਖੋ ਗੁਰੂ ਸਾਹਿਬ ਦੀ ਹਜ਼ੂਰੀ 'ਚ ਸੁਣੋ ਗੱਲ। ਤੇ ਉੱਤੋਂ ਸਫਾਈ ਕਰਦੇ ਇੱਕ ਆਲ੍ਹਣਾ ਡਿੱਗਿਆ, ਆਲ੍ਹਣਾ ਡਿੱਗਿਆ, ਉਹਦੇ ਵਿੱਚੋਂ ਚਿੜੀ ਦਾ ਇੱਕ ਬੱਚੇ 2 ਨਿਕਲੇ, ਚਿੜੀ ਦੇ 2 ਬੱਚੇ ਨਿਕਲੇ, ਦੋਨੋਂ ਮਰੇ ਹੋਏ। ਤੇ ਕੁੜੀ ਜਿਹੜੀ ਸਫਾਈ ਕਰਦੀ ਸੀ, 20 ਸਾਲ ਦੀ ਲੜਕੀ ਸੀ, ਉਹਨੇ ਇੱਕ ਛੋਟੀ ਜਿਹੀ ਕੁੜੀ ਨੂੰ ਕਿਹਾ ਸਾਡੇ ਸਾਹਮਣੇ ਆਪਣੇ ਪਰਲੇ ਪਾਸੇ ਜਿਹੜਾ ਕੌਂਖਲਾ ਪਾਰ ਆ ਬਾਬਾ ਜੀ, ਉੱਥੇ ਭੁਗਤ ਰਹੇ ਆ, ਅਸੀਂ ਵੀ ਉੱਥੇ ਖੜੇ ਆ। ਤੇ ਉੱਥੇ ਵੀ ਉਹਨੇ ਕਿਹਾ ਵੀ ਬਾਬਾ ਜੀ ਬਈ ਛੋਟੀ ਜਿਹੀ ਕੁੜੀ ਨੇ, ਹੁਣ ਵੱਡੀ ਜਿਹੜੀ 20-22 ਸਾਲ ਦੀ ਕੁੜੀ ਸੀ, ਉਹਨੂੰ ਕਹਿ ਕੇ ਭੇਜਿਆ ਵੀ ਤੂੰ ਜਾ ਕੇ ਬਾਬਾ ਜੀ ਨੂੰ ਕਹਿ, ਬਾਬਾ ਜੀ ਇਹ ਬੱਚੇ ਜਿਉਂਦੇ ਕਰਦੇ, ਮੇਰਾ ਮਨ ਬਹੁਤ ਦੁਖੀ ਹੋਇਆ। ਤੇ ਬਾਬਾ ਜੀ ਨੇ ਬਚਨ ਕੀਤੇ ਭੇਗਵਾਨ ਨੂੰ ਵੀ ਇਹਨੂੰ ਦੱਬ ਦਿਓ, ਕੋਈ ਗੱਲ ਨਹੀਂ। ਕਹਿੰਦੇ ਜੀਵਤ ਹੋ ਗਏ। ਜੀਵਤ ਕੀ ਹੋਣੇ ਸੀ, ਉੱਧਰ ਚਲੇ ਗਏ। ਚਲੋ ਹੋ ਗਿਆ ਜੀ, ਸਮਾਂ ਲੱਗ ਗਿਆ। 10-11 ਮਹੀਨਿਆਂ ਬਾਅਦ ਜਿਹੜੀ ਲੜਕੀ ਨੇ ਸਿਖਾ ਕੇ ਭੇਜੀ ਸੀ ਬਾਬਾ ਜੀ ਨੂੰ ਵੀ ਬੱਚੇ ਜੀਵਤ ਕਰ ਦਿਓ, ਉਸ ਲੜਕੀ ਦੇ ਘਰੇ 2 ਜੋੜੇ ਬੱਚਿਆਂ ਨੇ ਜਨਮ ਲਿਆ।
ਸਾਡੇ ਸਾਹਮਣੇ ਗੱਲ ਹੋਈ ਆ। ਅਸੀਂ ਪਰਿਵਾਰ ਐਵੇਂ ਨਹੀਂ ਬਾਬਾ ਜੀ ਦੇ ਸ਼ਰਧਾਲੂ ਬਣੇ, ਜਾਂ ਐਵੇਂ ਨਹੀਂ ਵੀ ਅਮਰੀਕਾ 'ਚ ਗੱਲਾਂ ਕਰਦੇ ਆ ਵੀ ਜਾਂ ਹੋਰ ਆ ਜਿਹੜੇ ਨਿੰਦਕਾਂ ਨੂੰ ਜਿਹੜੇ ਬੋਲਦੇ ਆ ਨਾਨਕਸਰ ਨੂੰ। ਭਾਈ ਸਾਹਿਬ ਹੁਣ ਕਹਿ ਕੇ ਗਿਆ, ਕਹਿੰਦੇ ਉਹ ਵੀ ਦੱਸੋ, ਵੀ ਮੈਂ 2 ਮਿੰਟ ਦੱਸ ਦਿੰਦਾ ਇਹ ਗੱਲ। ਇਹਨਾਂ ਦੇ ਮੂੰਹ ਬੰਦ ਕਰਾਇਆ। ਕਿਉਂ ਕਰਾਇਆ? ਕਿਉਂਕਿ ਅਸੀਂ ਬਾਬਾ ਜੀ 'ਚ ਰੱਬ ਦੇਖਿਆ, ਬਾਬਾ ਜੀ 'ਚ ਰੱਬ ਦੇਖਿਆ। ਅਤੇ ਉਹ ਜਿਹੜੀ ਸੀ ਲੜਕੀ ਸੀ, ਉਹਦੇ 2 ਜੋੜੇ ਬੱਚੇ ਹੋਏ ਮੁੰਡੇ। ਫਿਰ ਸੰਗੀਆਂ ਦੀ ਰਵਾਇਤ ਦੇ ਅਨੁਸਾਰ ਉਹਨਾਂ ਨੂੰ ਇੱਥੇ ਲੈ ਕੇ ਆਏ ਬਈ ਬਾਬਾ ਜੀ ਇਹਨਾਂ ਦਾ ਨਾਂ ਰੱਖੋ। ਅਤੇ ਫਿਰ ਬਾਬਾ ਜੀ ਨੇ ਬੱਚੇ ਕੀਤਾ, ਇਹ ਚਿੜੀ ਦੇ ਬੱਚੇ ਆ ਜਿਹੜੇ ਕਿ ਮਨੁੱਸ਼ਾ ਜਨਮ 'ਚ ਪੈ ਗਏ। ਓਹੋ, ਸਾਰੇ ਸਿਰ 'ਤੇ ਹੱਥ ਮਾਰਨ ਵੀ ਆ, ਉਹ ਬੱਚੇ ਆ ਗਏ। ਅਸੀਂ ਬਹੁਤ ਕੁਛ ਦੇਖਿਆ। ਮੈਂ ਸਾਰਾ ਦਿਨ ਬਚਨ ਸੁਣਾ ਸਕਦਾ ਬਾਬਾ ਜੀ ਦੇ ਅੱਖੀਂ ਡਿੱਠੇ ਨਜ਼ਾਰੇ। ਮੈਂ ਪ੍ਰੂਵ ਕਰ ਸਕਦਾ ਬਾਬਾ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇੱਕ ਕਲਗੀਧਰ ਦਾ ਅਵਤਾਰ ਸੀ। ਕਿਵੇਂ ਸੀ ਪਹਿਲਾਂ ਇਹ ਮੈਂ ਦੱਸਦਾ। ਬਾਬਾ ਜੀ ਨੇ ਜਦੋਂ ਭਾਣਾ ਵਰਤਾਇਆ, ਉਦੋਂ ਬਣਾਇਆ 7 ਅਕਤੂਬਰ 1963 ਨੂੰ। ਤੁਸੀਂ ਗੁਰੂ ਅੰਸ਼ ਬੰਸਾਵਲੀ ਚੱਕ ਕੇ ਦੇਖੋ, ਗੁਰੂ ਅੰਸ਼ ਬੰਸਾਵਲੀ ਚੱਕ ਕੇ ਦੇਖੋ, ਲਾਇਬ੍ਰੇਰੀਆਂ 'ਚ ਜਾ ਕੇ ਪੜ੍ਹੋ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ 7 ਅਕਤੂਬਰ 1708 'ਚ 7 ਅਕਤੂਬਰ 1708 'ਚ ਗੁਰੂ ਗੋਬਿੰਦ ਸਿੰਘ ਜੀ ਦਰਗਾਹ ਨੂੰ ਗਏ। ਉਮਰ ਬਾਬਾ ਜੀ ਦੀ ਵੀ ਨਹੀਂ ਸੀ, ਉੱਥੇ ਵੀ ਨਹੀਂ ਸੀ। ਇਹ ਤੁਸੀਂ ਗੁਰੂ ਅੰਸ਼ ਬੰਸਾਵਲੀ ਚੈੱਕ ਕਰੋ। ਫਿਰ ਬੱਸੀਆਂ ਦੇ ਬੱਸੀਆਂ ਪਿੰਡ ਆ ਜੀ ਇੱਥੇ ਝੋੜਾ ਦੇ ਕੋਲ, ਬੱਸੀਆਂ ਦਾ ਗੁਰਦੁਆਰਾ ਜੇ ਉੱਥੇ ਜਾਂਦੇ ਆ, ਝੋੜਾ ਨੂੰ ਜਾਂਦੇ ਆ, ਉਸ ਗੁਰਦੁਆਰੇ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਿਖ ਕੇ ਲਾਇਆ ਹੋਇਆ ਜੀ, ਕੰਧਾਂ 'ਤੇ ਲਿਖ ਕੇ ਲਾਇਆ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਖੇਡਦੇ ਸੀ, ਸ਼ਿਕਾਰ ਖੇਡਦੇ ਸੀ। ਸ਼ਿਕਾਰ ਖੇਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਗਾਰੇ ਦੇ ਬੁੱਕ ਕੱਢ ਰਹੇ ਸੀ। 1 2 3 ਕੱਢੇ। ਜਦੋਂ 1 3 ਬੁੱਕ ਕੱਢੇ ਤਾਂ ਰਾਏ ਕੱਲਾ ਨਵਾਬ ਦਾ ਨਵਾਬ ਮਲੇਰਕੋਟਲਾ, ਨਵਾਬ ਰਾਏਕੋਟ ਆ ਗਿਆ। ਉਹ ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਬਸਤਰ ਖਰਾਬ ਹੁੰਦੇ, ਸੇਵਾ ਮੈਨੂੰ ਬਖਸ਼ੋ। ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਰਾਏ ਕੱਲਾ ਅਸੀਂ 5 ਬੁੱਕ ਕੱਢਣੇ ਸੀ, ਇਹ ਲਿਖਿਆ ਹੋਇਆ ਪੜ੍ਹੋ, ਖੋਜ ਕਰੋ। ਕਹਿੰਦੇ ਲਿਖਿਆ ਹੋਇਆ ਵੀ ਅਸੀਂ 5 ਬੁੱਕ ਕੱਢਣੇ ਸੀ, 3 ਬੁੱਕ ਕੱਢੇ ਆ, ਵੀ ਅਸੀਂ ਵੀ ਤੂੰ ਸਾਨੂੰ ਇੰਟਰਪਟ ਕਰਤਾ। ਹੁਣ ਅਸੀਂ ਕਲਯੁਗ 'ਚ ਆਵਾਂਗੇ, ਇੱਥੋਂ ਥੋੜ੍ਹੀ ਦੂਰ ਨਗਰ ਹੋਊ, ਅਸੀਂ ਉੱਥੇ ਅਵਤਾਰ ਧਾਰਾਂਗੇ। ਜਿਹੜਾ ਕੰਮ ਹੁਣ ਅਧੂਰਾ ਰਹਿ ਗਿਆ ਅਸੀਂ ਉਦੋਂ ਪੂਰਾ ਕਰਾਂਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰੇ ਵੱਲ ਜੰਗ ਯੁੱਧ ਕੀਤੇ ਅਤੇ ਬਾਬਾ ਜੀ ਨੇ 7.5 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਫਿਰ ਮੈਂ ਹੁਣ 2 ਬਚਨ ਸੁਣਾ ਕੇ ਸਮਾਪਤੀ ਕਰ ਦੇਣੀ ਹੈ। ਦਾਸ ਨੇ ਦੇਖਿਆ ਜੀ, ਦਾਸ ਜਦੋਂ ਬਾਬਾ ਜੀ ਨੇ ਭਾਣਾ ਵਰਤਾਇਆ ਨਾ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ, ਦਾਸ ਦੀ ਉਮਰ ਉਦੋਂ 11 ਸਾਲ ਸੀ। 1962 ਸਾਲ ਦੀ ਲੜਾਈ ਲੱਗੀ, ਇੰਡੋ ਚਾਈਨਾ ਵਾਰ ਲੱਗੀ, ਅਤੇ 17 ਸਿੱਖ ਰੈਜੀਮੈਂਟ ਹੁਸੈਨੀ ਵਾਲਾ ਬਾਰਡਰ ਤੋਂ 17 ਸਿੱਖ ਰੈਜੀਮੈਂਟ ਹੁਸੈਨੀ ਵਾਲਾ ਬਾਰਡਰ ਤੋਂ 17 ਸਿੱਖ ਰੈਜੀਮੈਂਟ ਨੂੰ ਹੁਕਮ ਹੋ ਗਿਆ ਵੀ ਨੇਫਾ ਲਦਾਖ ਜਾ ਕੇ ਵੀ ਪਹੁੰਚੋ, ਰਿਪੋਰਟ ਦਿਓ। ਦਾਸ ਦੇ ਸਾਹਮਣੇ ਦਾਸ ਦੇ ਪਿਤਾ ਜੀ ਨੇ ਪ੍ਰਸ਼ਾਦ ਵਰਤਾਇਆ, ਉੱਥੇ ਭਾਈ ਸਰਜੀਤ ਜੀ ਪ੍ਰਸ਼ਾਦ ਵਰਤਾਇਆ। ਅਤੇ ਜਦੋਂ ਉੱਥੇ ਰੈਜੀਮੈਂਟ ਲੰਘਣ ਲੱਗੀ ਨਾਨਕਸਰ, ਅਤੇ ਰੈਜੀਮੈਂਟ ਦੇ ਕਰਨਲ ਸੀ, ਕਰਨਲ ਸਰਬੰਗ ਸਿੰਘ ਨੱਥੋਵਾਲ ਦੇ, ਉਹਨਾਂ ਕੋਲ ਸਿੱਖ ਫੌਜੀ ਆ ਦੇ ਬੜੇ ਜਵਾਨ ਮੁੰਡੇ ਸੀ, 6-6 ਫੁੱਟੇ ਜਵਾਨ ਹੁੰਦੇ ਆ ਉਹ 'ਚ ਰੈਜੀਮੈਂਟ 'ਚ, ਟਾਈਗਰ ਰੈਜੀਮੈਂਟ ਆ ਬਾਈ ਜੀ। ਅਤੇ ਉਹ ਕਹਿੰਦੇ ਵੀ ਬਈ ਬਾਬਾ ਜੀ ਅਸੀਂ ਉਹ ਭੁਗਤ ਚੱਲੀਏ, ਪਤਾ ਨਹੀਂ ਅਸੀਂ ਮਰਨਾ ਪਤਾ ਹੀ ਜਿਉਣਾ, ਵੀ ਅਸੀਂ ਬਾਬਾ ਜੀ ਕੋਲ ਕੇਰਾਂ ਵੀ ਦਰਸ਼ਨ ਮੇਲਾ ਕਰ ਜੀ। ਕਰਨਲ ਸਰਬੰਗ ਸਿੰਘ ਨੇ ਬੇਨਤੀ ਕੀਤੀ ਜੀ, ਹਾਂ ਉਹ ਕਹਿੰਦੇ ਵੀ ਉਹਨੇ ਬਾਬਾ ਜੀ ਨੂੰ ਕਿਹਾ, ਬਾਬਾ ਜੀ ਅਸੀਂ ਮੁੰਡੇ ਜੰਗ ਯੁੱਧ 'ਚ ਜਾ ਰਹੇ ਆ, ਬਈ ਸਿੱਖ ਫੌਜੀ ਆ, ਇਹਨਾਂ ਦੀ ਪੁਕਾਰ ਆ, ਇਹਦਾ ਮੈਂ ਸਬੂਤ ਦਊਂਗਾ, ਤੁਸੀਂ ਸੁਣੋ ਵੀ ਪੁਕਾਰ ਹੈ ਇਹਨਾਂ ਦੀ ਵੀ ਪਤਾ ਨਹੀਂ ਅਸੀਂ ਜਿਉਣਾ ਪਤਾ ਨਹੀਂ ਮਰਨਾ, ਪਰ ਇੱਕ ਵਾਰੀ ਤੁਹਾਡੇ ਚਰਨ ਛੂਹਣੇ ਚਾਹੁੰਦੇ ਹਾਂ, ਪਰ ਸਾਡੇ ਕੋਲ ਸਮਾਂ ਹੈ ਨਹੀਂ। ਬਾਬਾ ਜੀ ਇਹ ਕਿਹਾ, ਬਾਬਾ ਜੀ ਅਸੀਂ ਬੂਟ ਨਹੀਂ ਲਾ ਸਕਦੇ, ਬੜੇ ਤਸਵੇਂ ਬੰਦੇ ਆ, ਸਾਡਾ ਟਾਈਮ ਅਸੀਂ ਟਾਈਮ ਸਿਰ ਪਹੁੰਚਣਾ। ਅਤੇ ਬਾਬਾ ਜੀ ਬਾਹਰ ਆ ਗਏ। ਬਾਬਾ ਜੀ ਕਹਿੰਦੇ ਆਉਣ ਦੇ ਮੁੰਡਿਆਂ ਨੂੰ ਆ ਗਏ। ਬਾਬਾ ਜੀ ਨੇ ਮੁੰਡਿਆਂ ਨੂੰ ਥਾਪੜਾ ਦਿੱਤਾ, ਸਿੱਖ ਫੌਜੋ ਕਹਿੰਦੇ ਜਾ ਕੇ ਚੀਨੀਆਂ ਤੋਂ ਕਹਿੰਦੇ ਚੀਨੀ ਤੁਹਾਡੇ ਸਾਹਮਣੇ ਕੀ ਆ, ਗੁਰੂ ਦੀਆਂ ਫੌਜਾਂ। ਅਤੇ ਉਹ ਮੁੰਡਿਆਂ ਨੇ ਜੀ ਦੇਖੋ ਇੱਕ ਗੱਲ ਕਹੀ ਸਾਡੇ ਸਾਹਮਣੇ, ਮੇਰੇ ਪਿਤਾ ਜੀ ਪ੍ਰਸ਼ਾਦ ਵਰਤਾ ਰਹੇ ਆ, ਰਤਨ ਸਿੰਘ ਕਲੇਰਾਂ ਵਾਲਾ ਪ੍ਰਸ਼ਾਦ ਵਰਤਾ ਰਹੇ ਆ। ਫਿਰ ਮੇਰੇ ਪਿਤਾ ਜੀ ਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ, ਤੂੰ ਵੀ ਵਰਤਾ, ਪ੍ਰਸ਼ਾਦ ਵਰਤਾ ਰਹੇ ਆ। ਪ੍ਰਸ਼ਾਦ ਵਰਤਾਉਂਦੇ ਫਿਰ ਮੇਰੇ ਬਾਬਾ ਜੀ ਬਲਾਸ ਕਰਦੇ ਆ ਵੀ ਕਹਿੰਦੇ ਵੀ ਆਹ ਤਾਂ ਸਾਡਾ ਬੁੱਢਾ ਫੌਜੀ ਹੋ ਗਿਆ ਰਤਨ ਸਿੰਘ ਕਲੇਰਾਂ, ਆਹ ਅਸੀਂ ਜੰਗ ਫੌਜੀ ਭਰਤੀ ਕੀਤਾ ਦਾਸ ਦੇ ਪਿਤਾ ਜੀ ਨੂੰ। ਫਿਰ ਪ੍ਰਸ਼ਾਦ ਉਹ ਮੁੰਡੇ ਕਹਿੰਦੇ ਜੀ, ਮੁੰਡਿਆਂ ਦੇਖੋ ਜੀ ਹੁਣ ਗੱਲ ਸੁਣਨ ਆਈ ਆ, ਉਹ ਮੁੰਡੇ ਕਹਿੰਦੇ ਬਾਬਾ ਜੀ ਅਸੀਂ ਵੀ ਫੱਕੀ ਉਡਾ ਦਾਂਗੇ, ਪਰ ਵੀ ਇੱਕ ਬੇਨਤੀ ਆ ਸਾਡੀ ਵੀ। ਸਿੱਖ ਫੌਜੀ ਕਹਿੰਦੇ, ਬਾਬਾ ਜੀ ਕਹਿੰਦੇ ਵੀ ਦੱਸੋ।
ਕਹਿੰਦੇ ਬਾਬਾ ਜੀ ਤੁਸੀਂ ਉੱਥੇ ਜੰਗ ਵਿੱਚ ਆਪ ਆਓ ਸਾਡੇ ਨਾਲ ਵੀ ਅਸੀਂ ਵੀ ਜਿਵੇਂ ਤੁਹਾਡਾ ਹੁਕਮ ਅਸੀਂ ਕਰ ਦਾਂਗੇ। ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ, ਦੇਖੋ ਤੁਸੀਂ ਬੈਠੇ ਹੋ, ਅਸੀਂ ਖੋਜ ਕਰਦੇ ਰਹੇ ਹਾਂ ਸਾਰੇ ਪਾਸੇ। ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਅਸੀਂ ਪਹੁੰਚਾਂਗੇ ਜੰਗ 'ਚ। ਉੱਥੇ ਆ ਗਿਆ ਜੀ ਚਸ਼ੂਲ ਦਾ ਹੈਲੀਕਾਪਟਰ ਅੱਡਾ। ਆ ਤੁਸੀਂ ਦੇਖਦੇ ਹੋ, ਲੁਧਿਆਣੇ ਜਾਓ, ਮੋਗੇ ਜਾਓ, ਸਿਪਾਹੀ ਕੇਵਲ ਸਿੰਘ ਦਾ ਬੁੱਤ ਲੱਗਿਆ, ਸੂਬੇ ਦਾ ਜੋਗਿੰਦਰ ਸਿੰਘ ਦਾ ਬੁੱਤ ਲੱਗਿਆ। ਉੱਥੇ ਆ ਗਿਆ ਚਸ਼ੂਲ ਦਾ ਹੈਲੀਕਾਪਟਰ ਅੱਡਾ, ਤੇ ਉੱਥੇ ਸਿੱਖ ਫੌਜੀ ਦੀ ਰੈਜੀਮੈਂਟ ਆ ਗਈ, 17 ਸਿੱਖ ਪਹੁੰਚ ਗਈ। ਜੰਗ ਬੜਾ ਘਮਸਾਣ ਦਾ ਚੱਲ ਪਿਆ ਤੇ ਚੱਲ ਰਿਹਾ। ਸਰਦਾਰ ਸਰਜੀਤ ਸਿੰਘ ਮਜੀਠੀਆ ਬਾਬਾ ਜੀ ਸ਼ਰਧਾਲੂ ਸੀ ਉਹਨਾਂ ਦੇ, ਉਹ ਇੰਡੀਆ ਦੇ ਭਾਰਤ ਦੇ ਉਪ ਰੱਖਿਆ ਮੰਤਰੀ ਸੀ। ਉਹ ਬਾਬਾ ਜੀ ਦੇ ਬਚਨ ਸਿੱਖ ਫੌਜੀਆਂ ਨੂੰ ਸੁਣਾ ਰਹੇ ਆ, ਸਿੱਖ ਫੌਜੀਆਂ ਨੂੰ ਸੁਣਾ ਰਿਹਾ ਜੰਗ ਜਦੋਂ ਹੋ ਰਿਹਾ। ਤੇ ਬਾਬਾ ਜੀ ਖੁਦ ਵੀ ਲੜਾਈ ਦੇ ਵਿੱਚ ਪਹੁੰਚੇ। ਉਹ ਕਿਵੇਂ ਪਹੁੰਚੇ? ਬਾਬਾ ਜੀ ਐਟ ਦੈਟ ਟਾਈਮ ਬਾਬਾ ਜੀ ਵਾਜ ਇਨ ਸੀੜਾ ਗੁਰਦਾਸਪੁਰ, ਬਾਬਾ ਜੀ ਉੱਥੇ ਸੀ। ਬਾਬਾ ਜੀ ਰਾਤ ਨੂੰ 12:15 ਵਜੇ ਜੀ ਜਦੋਂ ਅੰਮ੍ਰਿਤ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਏ, ਨਤੇਮ 'ਚ ਪਹਿਰੇਦਾਰਾਂ ਨੇ ਪਹਿਰੇ ਲਾ ਲਏ ਉੱਥੇ। ਤੇ ਉੱਥੇ ਜਾ ਕੇ ਉਹ ਕੀ ਹੋਇਆ, ਜਦੋਂ ਬਾਬਾ ਜੀ 5-5:30 ਵਜੇ ਆਏ ਨਾ ਜੀ ਵਾਪਸ, ਬਾਬਾ ਜੀ ਦਾ ਚੋਲਾ ਸਭ ਲਹੂ ਨਾਲ ਲਿਬੜਿਆ ਹੋਇਆ, ਬਾਬਾ ਜੀ ਦਾ ਹਜ਼ੂਰੀਆ ਲਹੂ ਨਾਲ ਲਿਬੜਿਆ ਹੋਇਆ, ਬਾਬਾ ਜੀ ਦਸਤਾਰ ਤੇ ਲਹੂ ਦੇ ਛਿੱਟੇ ਵੱਜੇ ਹੋਏ। ਤੇ ਉਹ ਸਾਰੇ ਜਿਹੜੇ ਸੇਵਾਦਾਰ ਸੀ, ਪਹਿਰੇ ਦਾ ਭਾਈ ਜੱਗ ਸਿਉਣੀ, ਫੌਜੀ ਬੈਰਕਾਂ ਵਾਲੇ ਸਾਰੇ, ਉਹ ਕਹਿੰਦੇ ਵੀ ਇੱਥੇ ਕੌਣ ਵੜ ਗਿਆ ਰਾਤ, ਬੜੇ ਘਬਰਾ ਗਏ। ਫਿਰ ਬਾਬਾ ਜੀ ਨੇ ਵਜ੍ਹਾ ਕੀਤਾ ਵੀ ਰਾਤ ਸਾਨੂੰ ਜੰਗ ਦੇ ਜਾਣਾ ਪਿਆ ਸੀ। ਹੁਣ ਦੇਖੋ ਗਾਹਾਂ ਇੱਕ ਕੰਮ ਜ਼ਰੂਰ ਕਰਿਓ, ਬੇਨਤੀ ਆ ਤੁਹਾਡੇ ਚਰਨਾਂ 'ਚ ਸਾਰੀ ਸੰਗਤ ਦੇ, ਜੇ ਤੁਸੀਂ ਬਾਬਾ ਜੀ ਨੂੰ ਵੀ ਬਾਬਾ ਜੀ ਸ਼ਰਧਾ ਰੱਖਦੇ ਹੋ, ਆ ਸੀੜਾ ਗੁਰਦਾਸਪੁਰ ਠਾਠ ਨਾਨਕਸਰ 'ਚ ਜਾਓ, ਉਹੀ ਲਹੂ ਨਾਲ ਲਿਬੜੇ ਬਸਤਰ ਉਹਨਾਂ ਨੇ ਬਾਬਾ ਗੁਰਦੇਵ ਸਿੰਘ ਸਮਾਧ ਵਾਲੇ ਨੇ ਸ਼ੀਸ਼ੇ 'ਚ ਜੜਾ ਕੇ ਰੱਖੇ ਹੋਏ ਆ। ਲਹੂ ਦੇ ਉੱਤੇ ਸਾਰੇ ਲਹੂ ਦੇ ਮਾਰਕਾ, ਲਹੂ ਨਾਲ ਚੋਲਾ ਲਿਬੜਿਆ ਹੈ, ਹਜ਼ੂਰੀਆ ਲਿਬੜਿਆ ਹੈ, ਸਾਰੇ ਬਸਤਰ ਸ਼ੀਸ਼ੇ 'ਚ ਜੜਾ ਕੇ ਰੱਖੇ ਹੋਏ ਆ ਬਾਬਾ ਜੀ। ਫਿਰ ਉਹ 17 ਸਿੱਖ ਰੈਜੀਮੈਂਟ ਪਹਿਲੀ ਰੈਜੀਮੈਂਟ ਆ ਜੀ ਜਿਹੜੀ ਕਿ ਭਾਰਤ ਦੀ ਰੈਜੀਮੈਂਟ ਹੋਵੇ। ਮੇਰਾ ਬ੍ਰਦਰ ਵੱਡਾ ਕਮਾਂਡਰ ਰਿਟਾਇਰ ਹੋਇਆ ਜੀ ਇੰਡੀਅਨ ਨੇਵੀ 'ਚੋਂ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਕਿਵੇਂ ਹੋ ਸਕਦਾ ਵੀ ਰੈਜੀਮੈਂਟ ਜਿਹੜੀ ਉਹ ਬਾਬਾ ਈਸ਼ਰ ਸਿੰਘ ਜੀ ਦੇ ਨਾਂ 'ਤੇ ਹੋਵੇ, ਦੈਟਸ ਇੰਪੋਸੀਬਲ। ਅਤੇ ਉਹ ਕਹਿੰਦਾ ਵੀ ਖਾਸ ਵਜ੍ਹਾ ਹੋਵੇ ਹੁੰਦੀ ਆ। ਫਿਰ ਉਹ 17 ਸਿੱਖ ਰੈਜੀਮੈਂਟ ਨੇ ਬਈ ਉੱਥੇ ਬਈ ਅਰਦਾਸ ਕੀਤੀ, ਉਹ ਕਹਿੰਦੇ ਬਾਬਾ ਜੀ ਨੇ ਸਾਡੀ ਰੱਖਿਆ ਕੀਤੀ ਜੰਗ ਵਿੱਚ। ਅਤੇ ਫਿਰ ਉਹ 17 ਸਿੱਖ ਰੈਜੀਮੈਂਟ ਅੱਜ ਚੈੱਕ ਕਰੋ, 6-6 ਫੁੱਟੇ ਜਵਾਨ ਮੁੰਡੇ ਆ, 1700-1800 ਦੀ ਨਫਰੀ ਆ। ਉਹ ਰੈਜੀਮੈਂਟ ਦਾ ਵੀ ਜਿਹੜੇ ਰੈਜੀਮੈਂਟ ਆ ਅੰਡਰ ਦੀ ਨੇਮ ਆਫ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਚੱਲ ਰਹੀ ਆ। ਫਿਰ ਉਹ 17 ਸਿੱਖ ਰੈਜੀਮੈਂਟ ਹਰੇਕ ਬਰਸੀ 'ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਬਰਸੀ 'ਤੇ ਇੱਥੇ ਨਾਨਕਸਰ ਆਉਂਦੀ ਆ, 20 ਫੌਜੀ ਆਉਂਦੇ ਆ, 20 ਫੌਜੀ ਆਉਂਦੇ ਆ। ਬਾਬਾ ਲੱਖਾ ਸਿੰਘ ਜੀ ਇੱਥੇ ਫੌਜੀਆਂ ਦੇ ਦਰਸ਼ਨ ਵੀ ਕਰਾਉਂਦੇ, ਉਹਨਾਂ ਦੇ ਖੜੇ ਹੁੰਦੇ ਇੱਥੇ ਮੁੰਡੇ ਪਹਿਰੇ 'ਤੇ, ਆਉਂਦੇ ਆ 63 ਦੇ ਆਉਂਦੇ ਆ 63 ਆਉਂਦੇ। ਫਿਰ ਜਦੋਂ ਰੈਜੀਮੈਂਟ ਆਈ, ਉਹ ਰੈਜੀਮੈਂਟ ਇੱਕ ਵਾਰੀ ਬਾਬਾ ਜੀ ਦੀ ਬਰਸੀ ਮਨਾਉਣੀ ਭੁੱਲ ਗਈ। ਬਾਬਾ ਜੀ ਬਰਸੀ ਉੱਥੇ ਆਪਦੀ ਰੈਜੀਮੈਂਟ 'ਚ ਮਨਾਉਂਦੀ, ਜੇ ਰਾਮਗੜ੍ਹੋਂ ਰਾਮਗੜ੍ਹ, ਜੇ ਉੱਧਰ ਪੂਨੇ ਹੁਣ ਪੂਨੇ, ਉਹ ਮਨਾਉਣੀ ਭੁੱਲ ਗਈ। ਫਿਰ ਉਹ ਰੈਜੀਮੈਂਟ ਕੀ ਹੋਇਆ ਜੀ, ਉਹ ਸਾਰਾ ਜਦੋਂ ਰਾਜੀਵ ਗਾਂਧੀ ਆਪਣੇ ਭਾਰਤ ਦੇ ਪ੍ਰਾਈਮ ਮਿਨਿਸਟਰ ਸੀ, ਉਦੋਂ ਇਹਨਾਂ ਨੇ ਸ੍ਰੀਲੰਕਾ ਦੇ ਵਿੱਚ ਆਪਣੀਆਂ ਫੌਜਾਂ ਭੇਜੀਆਂ। 17 ਸਿੱਖ ਰੈਜੀਮੈਂਟ ਦੀ ਡਿਊਟੀ ਲੱਗ ਗਈ ਸ੍ਰੀਲੰਕਾ 'ਚ। ਆਹ ਸੁਣਨ ਵਾਲੀ ਗੱਲ ਹੈ ਜਾਂ ਉੱਥੇ ਰੈਜੀਮੈਂਟ ਲੱਗ ਗਈ। ਉੱਥੇ ਕੇਲੇ ਦੇ ਬਾਗ ਸੀ, ਬੜੇ ਗਰੀਲਾ ਫੌਜੀ ਆ ਉਹ, ਗਰੀਲਾ ਤਾਮਿਲ ਦਾ। ਅਤੇ ਉਹਨਾਂ ਨੇ ਵੀ ਸਾਰਾ ਕੁਛ ਉਹ ਕੀਤਾ, ਅਤੇ ਵੀ ਚਾਰੇ ਪਾਸੇ ਤੋਂ 17 ਸਿੱਖ ਰੈਜੀਮੈਂਟ ਘਿਰ ਗਈ। ਅੱਜ ਮੈਂ ਆਇਆ ਕਰਕੇ ਨਾ ਜੀ ਜਹਾਜ਼ 'ਤੇ ਮੈਂ ਬਹੁਤ ਥੱਕਿਆ ਹੋਇਆ, ਮੈਂ ਇਸ ਕਰਕੇ ਨਾ ਕੋਈ ਡੀਹਾਈਡਰੇਟਡ ਹੋਣ ਦਾ ਗਿਆ, ਇਸ ਕਰਕੇ ਮੈਨੂੰ ਪਾਣੀ ਪੀਣਾ ਪਿਆ। 17 ਸਿੱਖ ਰੈਜੀਮੈਂਟ ਸ੍ਰੀਲੰਕਾ 'ਚ ਪੂਰੀ ਤਰ੍ਹਾਂ ਘਿਰ ਗਈ, ਘਿਰੀ। ਅਤੇ ਉੱਥੋਂ ਉਹਨਾਂ ਦੇ ਗਰੀਲਿਆਂ ਨੇ ਚਾਰੇ ਪਾਸੇ ਇੱਧਰੋਂ ਵੀ ਫਾਇਰਿੰਗ ਕਰਤੀ, ਉੱਧਰੋਂ ਵੀ ਫਾਇਰਿੰਗ ਕਰਤੀ, ਇੱਧਰੋਂ ਫਾਇਰਿੰਗ ਕਰਤੀ, ਇੱਧਰੋਂ ਫਾਇਰਿੰਗ ਕਰਤੀ। ਜਿਹੜੀ 17 ਸਿੱਖ ਰੈਜੀਮੈਂਟ ਪੂਰੀ ਅੰਡਰ ਉਹਨਾਂ ਦੇ ਆ ਗਈ ਜੀ, ਕੰਟਰੋਲ 'ਚ ਆ ਗਈ। ਉਹ ਕਹਿੰਦੇ ਵੀ ਕੀ ਗੱਲ ਹੋ ਗਈ, ਕਹਿੰਦੇ ਆਪਣੀ ਐਸਟ ਨੂੰ 'ਤੇ ਆਓ। ਫਿਰ ਫੌਜੀ ਕਹਿੰਦੇ ਵੀ ਆਪਾਂ ਇੱਕ ਗਲਤੀ ਕਰ ਬੈਠੇ। ਕਹਿੰਦੇ ਕੀ? ਕਹਿੰਦੇ ਆਪਾਂ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਨਹੀਂ ਮਨਾਈ, ਇਹ ਚੀਜ਼ ਤਾਂ ਹੋਈ ਆ। ਫਿਰ ਉਹਨਾਂ ਨੇ 17 ਸਿੱਖ ਰੈਜੀਮੈਂਟ ਨੇ ਖੜ੍ਹ ਕੇ ਅਰਦਾਸ ਕੀਤੀ। ਫਿਰ ਉਸ ਤੋਂ ਬਾਅਦ ਬਈ ਇੱਕ ਪਾਸੇ ਰਾਹ ਮਿਲ ਗਿਆ, ਸਾਰੀ ਰੈਜੀਮੈਂਟ ਸੁੱਖ ਸੁਲੀਆਂ ਨਿਕਲ ਗਈ।
ਇਹ ਬਾਬਾ ਜੀ ਦੀਆਂ ਕਰਾਮਾਤਾਂ, ਬਾਬਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀਆਂ। ਮੈਂ ਤੁਹਾਨੂੰ ਇੱਕ ਹੋਰ ਬਚਨ ਕਰਦਾ, 3 ਬਚਨ ਕਿਹਾ ਸੀ, ਮੈਂ ਇੱਕ ਹੋਇਆ, ਦੂਜੇ 2 ਵੀ ਕਰਦਾ। ਮੇਰੇ ਕੀਮਤੀ ਬਚਨ ਹੋਣਗੇ, ਮੈਂ ਖੋਜ ਕੀਤੀ ਹੋਈ ਆ ਬਚਨਾਂ ਦੀ। ਮੈਂ ਰਿਹਾ ਜੀ ਇੰਗਲੈਂਡ 1977 ਚ ਮੈਂ ਇੰਗਲੈਂਡ ਚਲਿਆ ਗਿਆ ਸੀ। 23 ਸਾਲ ਮੈਂ ਇੰਗਲੈਂਡ ਰਿਹਾ। 23 ਸਾਲ ਮੈਨੂੰ ਅਮਰੀਕਾ ਕੈਲੀਫੋਰਨੀਆ 'ਚ ਹੋ ਗਏ ਰਹਿੰਦੇ ਨੂੰ। ਅਤੇ ਉੱਥੇ ਨਾ ਜੀ ਦੁਨੀਆ ਦਾ ਪਹਿਲਵਾਨ 27 ਸਾਲ ਜਿਹਨੇ ਦੁਨੀਆ 'ਤੇ ਆਪਦਾ ਸਿੱਕਾ ਜਮਾਇਆ, ਅਤੇ ਉਹਦਾ ਨਾਂ ਸੀ ਟਾਈਗਰ ਜੀਤ ਸਿੰਘ। ਉਹਦਾ ਪਿੰਡ ਸੀ ਸੂਜਾਪੁਰ, ਜਗਰਾਉਂ ਦੇ ਕੋਲ ਸੂਜਾਪੁਰ ਪਿੰਡ ਸੀਗਾ। ਅਤੇ ਉਹਨੇ ਉੱਥੇ ਉਹਦੇ ਪਿਤਾ ਜੀ ਕਰਨਲ ਗੁਰਬਚਨ ਸਿੰਘ ਬਾਬਾ ਜੀ ਦੇ ਬਹੁਤ ਸ਼ਰਧਾਲੂ ਸੀ। ਅਤੇ 1961 ਸਾਲ ਦੇ ਵਿੱਚ ਉਹਨੇ ਇੱਥੇ ਬਾਬਾ ਜੀ ਕੋਲ ਬੇਨਤੀ ਕੀਤੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕੋਲ, ਬਾਬਾ ਜੀ ਬਈ ਅਸੀਂ ਜ਼ਿਮੀਂਦਾਰ ਪਰਿਵਾਰ ਹਾਂ, ਮੇਰੇ 3 ਬੱਚੇ ਆ, 3 ਲੜਕੇ ਆ, 2 ਲੜਕੀਆਂ, ਵੱਡਾ ਪਰਿਵਾਰ ਆ, ਸਾਡੇ 'ਤੇ ਕਿਰਪਾ ਕਰੋ, ਜ਼ਮੀਨ ਸਾਡੇ ਕੋਲ ਥੋੜ੍ਹੀ ਆ, ਬਈ ਜੇ ਬਾਬਾ ਜੀ ਕਿਰਪਾ ਕਰ ਦਿਓ, ਜੇ ਬੱਚੇ ਬਾਹਰ ਚਲੇ ਜਾਣ। ਅਤੇ ਫਿਰ ਉਹਨਾਂ ਨੇ ਜੀ ਬਈ ਉਸ ਤੋਂ ਬਾਅਦ ਜੀ ਉਹਨਾਂ ਵੀ ਉਹ ਕਹਿੰਦੇ ਵੀ ਕਰੋ ਜੀ ਕਿਰਪਾ। ਫਿਰ ਬਾਬਾ ਜੀ ਨੇ ਬਚਨ ਕੀਤੇ ਵੀ ਕਹਿੰਦੇ ਕੋਈ ਨਾ, ਕਹਿੰਦੇ ਦੇਖੋ ਜੀ ਨਾਨਕਸਰੋਂ ਬੰਦੇ ਭੁਗਤ ਕੇ ਜਾ ਰਹੇ ਆ, ਅਤੇ ਕੈਪਟਨ ਕਰਨਲ ਸਾਹਿਬ ਭੁਗਤ ਕੇ ਜਾ ਰਹੇ ਗੁਰਬਚਨ ਸਿੰਘ, ਅਤੇ ਉਹਨਾਂ ਦੇ ਜਾਂਦਿਆਂ ਦੀ ਉਹਨਾਂ ਦੀ ਕਾਰ ਜਗਰਾਉਂ ਅਤੇ ਨਾਨਕਸਰ ਦੇ ਵਿਚਾਲੇ ਕਾਰ ਖਰਾਬ, ਬਾਬਾ ਜੀ ਉਹ ਭੁਗਤ ਗਏ, ਬਾਬਾ ਜੀ ਦਾ ਬਰਸਾਤਾਂ ਲੈ ਕੇ ਗਏ, ਕਾਰ ਖਰਾਬ ਹੋ ਗਈ। ਕਾਰ ਖਰਾਬ ਹੋਣ 'ਚ ਉੱਥੇ ਨਹੀਂ, ਉਹਨਾਂ ਦੀ ਕਾਰ ਨਹੀਂ ਖਰਾਬ, ਉਹ ਜਾ ਰਹੇ ਆ ਕਿ ਕਿਸੇ ਗੋਰੇ ਦੀ ਕਾਰ ਖਰਾਬ ਖੜੀ ਆ, 4 ਗੋਰੀਆਂ ਵਿੱਚ ਆ, ਅਤੇ ਕਾਰ ਖਰਾਬ ਆ, ਅਤੇ ਉਹ ਕਹਿੰਦੇ ਵੀ ਕੀ ਕੀਤਾ ਜਾਵੇ। ਅਤੇ ਉਹਨਾਂ ਨੇ ਜੀ ਫਿਰ ਉਸ ਮੌਕੇ ਕਿਹਾ ਵੀ ਉਹ ਕਹਿੰਦੇ ਵੀ ਗੋਰਿਆਂ ਨੂੰ ਕਹਿੰਦੇ ਵੀ ਤੁਸੀਂ ਸਾਡੀ ਕਾਰ ਲੈ ਲਓ, ਅਸੀਂ ਡਰਾਈਵਰ ਦਿੰਦੇ ਹਾਂ, ਆਪਦੀ ਕਾਰ ਛੱਡ ਜਾਓ, ਅਸੀਂ ਠੀਕ ਕਰਾ ਕੇ ਜਲੰਧਰ ਕੈਂਟ ਪਹੁੰਚਾ ਦਾਂਗੇ। ਅਤੇ ਉਹ ਕਹਿੰਦੇ ਗੋਰੇ ਕਹਿੰਦੇ ਠੀਕ ਆ, ਟੁੱਟੀ ਫੁੱਟੀ ਅੰਗਰੇਜ਼ੀ 'ਚ ਕਿਹਾ ਜਿਵੇਂ ਆਪਣੇ ਹੁੰਦੇ ਆ ਨਹੀਂ, ਉਹਨੇ ਕਹਿਤਾ। ਅਤੇ ਉਹ ਚਲੇ ਗਏ, ਉਹ ਆਪਦੀ ਕਾਰ ਠੀਕ ਕਰਾ ਕੇ ਵੀ ਜਦੋਂ ਕਰਨਲ ਸਾਹਿਬ ਉੱਥੇ ਲੈ ਕੇ ਗਏ ਵੀ ਆਹ ਗੋਰੇ ਨੂੰ ਕਹਿੰਦੇ ਆਹ ਤੁਹਾਡੀ ਕਾਰ ਆ। ਉਹ ਗੋਰਾ ਜਿਹੜਾ ਜੀ ਕਹਿੰਦਾ, ਗੋਰੇ ਨੇ ਉਹਨੂੰ ਕਹਿੰਦਾ ਵੀ ਮਿਸਟਰ ਸਿੰਘ ਵਾਟ ਕੈਨ ਡੂ ਫॉर ਯੂ, ਮਿਸਟਰ ਸਿੰਘ ਮੈਂ ਤੁਹਾਡੀ ਖਾਤਰ ਕੀ ਕਰ ਸਕਦਾ। ਉਹ ਕਹਿੰਦੇ ਵੀ ਪਹਿਲਾਂ ਤੁਸੀਂ ਦੱਸੋ ਤੁਸੀਂ ਆਪ ਹੈ ਕੌਣ, ਆਪ ਹੈ ਕੌਣ। ਉਹ ਕਹਿੰਦੇ ਜੀ ਮੈਂ ਕੈਨੇਡਾ ਦਾ ਹਾਈ ਕਮਿਸ਼ਨਰ ਆਫ ਇੰਡੀਆ ਕੈਨੇਡਾ। ਅਤੇ ਉਹ ਕਹਿੰਦੇ ਵੀ ਫਿਰ ਸਾਡੇ 'ਤੇ ਕਿਰਪਾ ਕਰ ਦਿਓ ਵੀ ਸਾਡੇ ਬੱਚਿਆਂ ਨੂੰ ਵੀਜ਼ਾ ਦੇ ਦਿਓ। ਉਹ ਕਹਿੰਦੇ ਦੈਟਸ ਫਾਈਨ, ਤੁਸੀਂ ਆਓ ਉੱਥੇ ਸਾਡੇ ਕੋਲ। ਉਹ ਫਿਰ ਉੱਥੇ ਗਏ ਕੈਨੇਡਾ, ਫਿਰ ਸਾਰੇ ਪਰਿਵਾਰ ਨੂੰ ਉਹਨੇ 9 ਮੈਂਬਰਾਂ ਨੂੰ ਵੀਜ਼ਾ ਦਿੱਤਾ। ਫਿਰ ਉਹਨੇ ਜੀ ਅੱਜ ਤੋਂ ਦੇਖੋ ਆ ਸੁਣਨ ਦੀ ਗੱਲ ਆ ਜੀ, ਅੱਜ ਤੋਂ 34 ਸਾਲ ਪਹਿਲਾਂ ਟਾਈਗਰ ਜੀਤ ਸਿੰਘ ਨੇ ਇੰਗਲੈਂਡ ਦਾ ਪੇਪਰ ਦੇਸ਼ ਪ੍ਰਦੇਸ਼ ਉਹਨੇ ਇਹ ਬਚਨ ਸੁਣਾਇਆ, ਬਾਬਾ ਜੀ ਦਾ ਬਚਨ ਸੁਣਾਇਆ, ਦੇਸ਼ ਪ੍ਰਦੇਸ਼ ਵਿੱਚ ਕਢਾਇਆ। ਮੈਂ 34 ਸਾਲ ਉਹਦੇ ਮਗਰ ਫਿਰਦਾ ਰਿਹਾ ਜੀ, ਭਾਈ ਸੁਰਜਨ ਸਿੰਘ 34 ਸਾਲ ਬੰਦਾ ਫਿਰਦਾ ਰਿਹਾ ਜੀ ਮਗਰ ਉਹਦੇ, 34 ਸਾਲ ਮੈਂ ਮਗਰ ਫਿਰਦਾ ਰਿਹਾ ਉਹਦੇ। ਅਖੀਰ 'ਤੇ ਇਵੈਂਚੁਅਲੀ ਸਮਾਂ ਬਣਿਆ, ਮੈਂ ਇੰਗਲੈਂਡ ਤੋਂ 23 ਸਾਲ ਬਾਅਦ ਮੈਂ ਅਮਰੀਕਾ ਸ਼ਿਫਟ ਹੋ ਗਿਆ। ਅਮਰੀਕਾ ਤੋਂ ਕੈਨੇਡਾ, ਮੇਰੀ ਡਾਟਰ ਕੈਨੇਡਾ ਵਾ, ਅਤੇ ਮੈਂ ਉਹਦੇ ਕੋਲ ਜਾਵਾਂ, ਦੇਖਾਂ, ਮੈਨੂੰ ਉਹ ਟਾਈਗਰ ਜੀਤ ਸਿੰਘ ਨਹੀਂ ਸੀ ਮਿਲ ਰਿਹਾ, ਕਿਉਂਕਿ ਟਾਈਗਰ ਐਡੇ ਵੱਡੇ ਬੰਦੇ ਨੂੰ ਕੀ ਮਿਲ। ਅਤੇ ਬਾਬਾ ਜੀ ਨੇ ਸੱਚ, ਹਾਂ ਬਾਬਾ ਜੀ ਨੇ ਪ੍ਰਕਾਸ਼ ਜੀ, ਜਦੋਂ ਬਾਬਾ ਜੀ ਨੇ ਉਹਨਾਂ ਨੂੰ ਆਪਦਾ ਇੱਕ ਗੁਰੂ ਨਾਨਕ ਦੇਵ ਜੀ ਦਾ ਜਾਣਵੇ ਸਰੂਪ ਦਿੱਤਾ, ਗੁਰੂ ਨਾਨਕ ਜੀ ਦਾ ਸਰੂਪ ਦਿੱਤਾ। ਉਹ ਸਰੂਪ ਉਹਦੇ ਪਿਤਾ ਸਿਰ ਦੇ ਉੱਤੇ ਚੱਕ ਕੇ ਆਪਦੇ ਪਿੰਡ ਸੂਜਾਪੁਰ ਗਏ, ਸੂਜਾਪੁਰ ਤੋਂ ਚੱਕ ਕੇ ਦਿੱਲੀ ਗਏ, ਦਿੱਲੀ ਤੋਂ ਚੱਕ ਕੇ ਕੈਨੇਡਾ ਗਏ। ਉਹ ਸਰੂਪ ਉਹਨਾਂ ਦੇ ਹੁਣ ਵੀ ਇੱਥੇ ਘਰ 'ਚ ਲਾਇਆ ਹੋਇਆ। ਫਿਰ ਮੈਂ ਉਸ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਸੀ। ਮੈਂ ਉੱਥੇ ਸਰਦਾਰ ਗੁਰਦੇਵ ਸਿੰਘ ਗਿੱਲ ਮੇਰੇ ਰਿਸ਼ਤੇਦਾਰ ਆ, ਮੈਂ ਉਹਨਾਂ ਨੂੰ ਵੀ ਲਿਆ, ਇੱਕ ਆਪਣੇ ਗਰੇਵਾਲ ਸਾਹਿਬ ਜਗਦੀਸ਼ ਸਿੰਘ ਗਰੇਵਾਲ ਝਾਂਡੇ ਤੋਂ ਸੀ, ਉਹਨਾਂ ਨਾਲ ਲਿਆ। ਮੈਂ ਟਾਈਗਰ ਦੇ ਘਰੇ ਚਲਾ ਗਿਆ। ਮੈਂ ਕਿਹਾ ਜੀ ਟਾਈਗਰ ਸਾਹਿਬ ਦੇਖੋ ਜੀ, ਮੇਰੇ ਕੋਲ ਰਿਕਾਰਡਿੰਗ ਆ ਜੀ ਉਹਦੀ ਭਰੀ ਹੋਈ, ਅਤੇ ਮੈਂ ਬਣਾ ਰਿਹਾ, ਮੈਂ ਉਹਦਾ ਗੱਲਬਾਤ ਕਰ ਰਿਹਾ, ਉਹ ਫਿਲਮ ਬਣਾ ਰਿਹਾ, ਵੀਡੀਓ ਬਣਾ ਰਿਹਾ। ਅਤੇ ਮੈਂ ਕਿਹਾ ਜੀ ਟਾਈਗਰ ਜੀ ਮੈਨੂੰ ਇਹ ਦੱਸੋ ਵੀ ਕੀ ਗੱਲ ਹੋਈ ਸੀ ਉੱਥੇ ਨਾਨਕਸਰ, ਧੰਨ ਧੰਨ ਬਾਬਾ ਈਸ਼ਰ ਸਿੰਘ। ਉਹ ਕਹਿੰਦੇ ਵੀ ਬਾਬਾ ਜੀ ਜੋ ਮੇਰੇ ਪਿਤਾ ਨੇ ਬਚਨ ਲਿਆ ਬਾਬਾ ਜੀ ਤੋਂ, ਫਿਰ ਕਹਿੰਦੇ ਬਾਬਾ ਜੀ ਨੇ ਸਾਡੇ ਘਰੇ ਚਰਨ ਪਾਏ ਸੂਜਾਪੁਰ। ਕਹਿੰਦਾ ਟਾਈਗਰ ਕਹਿੰਦਾ ਮੈਂ ਉੱਥੇ ਛਿੜਕਾਅ ਕਰਦਾ ਸੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਆ ਰਹੇ। ਚਲੋ ਉਹਨੇ ਦੱਸਿਆ, ਉਹ ਕਰਦਾ ਜੀ ਵੀ ਰੋਣ ਲੱਗ ਗਿਆ ਟਾਈਗਰ। 27 ਸਾਲ ਦੁਨੀਆ ਦਾ ਪਹਿਲਵਾਨ, ਸਿੱਕਾ ਜਮਾਉਣ ਵਾਲਾ ਟਾਈਗਰ ਜੀ ਸੀ। ਮੇਰੇ ਕੋਲ ਵੀਡੀਓ ਆ ਜੀ ਬਣੀ ਹੋਈ। ਉਹ
ਪਹਿਲਵਾਨ ਰੋਣ ਲੱਗ ਗਿਆ। ਫਿਰ ਮੈਂ ਕਿਹਾ ਵੀ ਮੈਂ ਕੋਈ ਗਲਤ ਗੱਲ ਕਹੀ ਵੀ ਇਹ ਕੀ ਗੱਲ ਹੋ ਗਈ ਹੈਗਾ ਵੀ ਮੇਰੇ ਤਾਂ ਵੀਡੀਓ ਖਰਾਬ ਹੋ ਗਈ। ਤੇ ਉਹ ਜੋ ਕਹੀ ਤੇ ਉਹ ਕਹਿੰਦਾ ਵੀ ਮੈਨੂੰ ਪਾਣੀ ਪੀਣਾ ਪੈਣਾ। ਉਹ ਪਾਣੀ ਪੀ ਕੇ ਆਇਆ। ਉਹ ਕਹਿੰਦਾ ਵੀ ਧੰਨ ਧੰਨ ਬਾਬਾ ਈਸ਼ਰ ਸਿੰਘ ਸਾਡੇ 'ਤੇ ਕਿਰਪਾ ਕੀਤੀ ਬਈ ਸਾਨੂੰ ਕਹਿੰਦਾ ਮੈਂ ਇੱਕ ਜ਼ਿਮੀਂਦਾਰ ਦਾ ਮੁੰਡਾ ਸੀ 6 ਫੁੱਟ 3 ਇੰਚ ਕੱਦ। ਕਹਿੰਦਾ ਬਾਬਾ ਜੀ ਨੇ ਦੇਖੋ ਜੀ ਕਹਾਂ ਮੇਰੇ ਮੋਢੇ 'ਤੇ ਬਾਬਾ ਜੀ ਨੇ ਥਾਪੜਾ ਦਿੱਤਾ। ਕਹਿੰਦੇ ਜਾ ਕੇ ਗੁਰੂ ਦੀ ਸਿੱਖੀ ਦਾ ਨਾਂ ਚਮਕਾ। ਕਹਿੰਦੇ ਮੈਨੂੰ ਕਹਿੰਦਾ ਇਹ ਵੀ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੱਸਦਾ ਟਾਈਗਰ ਜੀਸੋ ਕਹਿੰਦਾ ਮੈਨੂੰ ਇਹ ਪਤਾ ਹੀ ਨਹੀਂ ਸੀ ਕਹਿੰਦਾ ਵੀ ਭਲਵਾਨੀ ਕੀ ਚੀਜ਼ ਹੁੰਦੀ ਆ। ਕਹਿੰਦਾ ਅਸੀਂ ਪਿੰਡੂ ਖੇਤੀ ਕਰਨ ਵਾਲੇ ਮੁੰਡੇ ਸੀ। ਕਹਿੰਦਾ ਬਾਬਾ ਜੀ ਦੇ ਬਚੇ ਕੀਤੇ। ਉਹ ਬੰਦੇ ਦੇ ਟਾਈਗਰ ਜੀਸੋ ਦਾ ਸਿੱਕਾ ਜਮਾਇਆ। ਜਾਪਾਨ 'ਚ ਜਾਂਦੇ ਆ। ਜਾਪਾਨ 'ਚ ਉਹਦੇ ਨਾਲ ਉਹਦੇ ਕਾਰਡ ਬਣੇ ਹੋਏ ਆ। ਕਾਰਡ ਵੀ ਉਹਨੇ ਮੈਨੂੰ ਦਿੱਤਾ ਮੇਰੇ ਕੋਲ ਹੈਗਾ। ਕਾਰਡ 'ਤੇ ਬੱਚੇ ਜਿਹੜੇ ਜਾਪਾਨ ਦੇ ਕਿਡਸ ਆ ਉਹ ਕਾਰਡ 'ਤੇ ਉੱਤੇ ਬੈਟ ਲਾਉਂਦੇ ਉਹਦੇ। ਫਿਰ ਮੈਂ ਕਿਹਾ ਜੀ ਮੈਨੂੰ ਦਰਸ਼ਨ ਕਰਾਓ ਸਰੂਪ ਦੇ। ਫਿਰ ਮੈਨੂੰ ਉੱਪਰ ਲੈ ਕੇ ਗਿਆ। ਉਹਨੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੇ ਦਰਸ਼ਨ ਕਰਾਏ। ਕਹਿੰਦੇ ਧੰਨ ਧੰਨ ਬਾਬਾ ਈਸ਼ਰ ਸਿੰਘ ਦਾ ਦਿੱਤਾ। ਕਹਿੰਦਾ ਸਾਡਾ ਪਿਓ ਕਹਿੰਦਾ ਹੁੰਦਾ ਸੀ ਕਹਿੰਦਾ ਧੰਨ ਧੰਨ ਬਾਬਾ ਈਸ਼ਰ ਸਿੰਘ ਸੰਗਤ ਕਰੋਗੇ ਤੁਹਾਨੂੰ ਹੱਥਾਂ 'ਤੇ ਸਰੋਂ ਜੰਮਦੀ ਦਿਸੂ। ਕਹਿੰਦਾ ਉਹ ਜਮੀ ਦਿਖਾਈ ਕਹਿੰਦਾ ਮੈਨੂੰ ਦੱਸਿਆ। ਫਿਰ ਇੱਕ ਬਚਨ ਤੇਜ਼ੀ ਨਾ ਕਰੋ। ਇੱਕ ਬਚਨ ਜੀ ਹੋਰ ਸਿੱਖ ਉਹਦੇ ਮਹਾਨ ਰਾਗੀ ਹੋਇਆ ਜੀ। ਸਿੱਖ ਉਹਦੇ ਮਹਾਨ ਰਾਗੀ। ਮੈਂ ਬਚਨ ਦਾ ਸਾਰਾ ਦਿਨ ਸੁਣਾ ਸਕਦਾ ਪਰ ਵੀ ਇਹ ਛੇਤੀ ਕਰਦੇ ਕੋਈ ਨਾ ਸੁਣੋ। ਤੇ ਸਿੱਖ ਉਹਦੇ ਮਹਾਨ ਰਾਗੀ ਆ ਭਾਈ ਸੁਰਜਣ ਸਿੰਘ ਜੀ ਆਸਾ ਦੀ ਵਾਰ ਵਾਲੇ। ਭਾਈ ਸੁਰਜਣ ਸਿੰਘ ਜੀ ਆਸਾ ਦੀ ਵਾਰ ਵਾਲੇ ਉਹ ਮਸ਼ਹੂਰ ਆ। ਤੇ ਬਾਬਾ ਜੀ ਕੋਲ ਇਸ ਜਗ੍ਹਾ 'ਤੇ ਕੀਰਤਨ ਕਰਦੇ ਆ ਜਿੱਥੇ ਬਾਬਾ ਜੋਨੀ ਜੀ ਬੈਠੇ ਆ। ਉਹ ਕੀਰਤਨ ਕਰਦੇ ਕਰਦੇ ਤੇ ਬਾਬਾ ਜੀ ਉੱਥੇ ਬਿਰਾਜਮਾਨ ਆਸਣ 'ਤੇ ਉਹਨੇ ਫੜੇ ਟਾਕੀ ਵਾਲੇ ਕੁੜਤਾ ਪਾਇਆ ਹੋਇਆ ਸਾਗੀ ਸੁਰਜਣ ਸਿੰਘ ਦਾ। ਫਿਰ ਬਾਬਾ ਜੀ ਨੇ ਬਚਨ ਕੀਤੇ ਵੀ ਰਾਗਾ ਸਿਆਂ ਵੀ ਇਹ ਠੀਕ ਨਹੀਂ ਲੱਗਦਾ। ਆਈ ਖੀਰੀ ਬਚਨ ਕਹਿੰਦੇ ਰਾਗਾ ਸਿਆਂ ਠੀਕ ਨਹੀਂ ਲੱਗਦਾ ਵੀ ਤੂੰ ਉਹ ਸੀ ਸੂਰਮੇ ਸਿੰਘ। ਉਹਨਾਂ ਨਾਲ ਜੋੜੀ ਆ ਸੀ ਪ੍ਰੇਮ ਸਿੰਘ ਜੋੜੀ ਵਾਲਾ। ਉਹ ਇੰਗਲੈਂਡ ਸੀ। ਮੈਂ ਇੰਗਲੈਂਡ ਉਹਦੇ ਨਾਲ ਗੱਲ ਕੀਤੀ ਅਤੇ ਸੂਰਮੇ ਸਿੰਘ ਸੀ। ਅਤੇ ਉਹ ਕਹਿੰਦਾ ਬਾਬਾ ਜੀ ਵੀ ਮੇਰਾ ਤਾਂ ਗੁਜ਼ਾਰਾ ਨਹੀਂ ਚੱਲਦਾ ਮੇਰੇ ਤਾਂ ਕੰਮ ਨਹੀਂ ਚੱਲਦੇ। ਫਿਰ ਬਾਬਾ ਜੀ ਨੇ ਨੇਤਰ ਮੁੰਦੇ ਉੱਥੇ ਬਾਬਾ ਜੀ ਨੇ ਬਚਨ ਕੀਤੇ ਬਈ ਵਾਕਿਆ ਵੀ ਗੱਲ ਇਵੇਂ ਆ ਵੀ ਖਜ਼ਾਨਾ ਤੂੰ ਬਾਹਲਾ ਭਾਲਦਾ ਵਾ ਇੰਨੀ ਤੇਰੀ ਤਪੱਸਿਆ ਨਹੀਂ। ਬਾਬਾ ਜੀ ਕਿਹਾ ਨਿੱਤ ਨੇ ਵਧਾ। ਉਹਨੇ ਨਿੱਤ ਨੇ ਵਧਾਇਆ ਜੀ ਰਾਗੀ ਸੁਰਜਣ। ਉਹੀ ਰਾਗੀ ਸੁਰਜਣ ਸਿੰਘ ਦੇਖੋ ਜਿਹਨੂੰ ਇਹ ਬਈ ਪ੍ਰੋਗਰਾਮ ਨਹੀਂ ਸੀ ਮਿਲਦੇ ਉਹੀ ਰਾਗੀ ਸੁਰਜਣ ਸਿੰਘ ਉਹਨੂੰ ਇੱਕ ਬੰਦਾ ਖੜੀ ਕਾਰ ਦੀਆਂ ਚਾਬੀਆਂ ਦੇ ਗਿਆ ਜੀ ਲਓ। ਅਤੇ ਜਲੰਧਰ ਆਪਣਾ ਰੇਡੀਓ ਸਟੇਸ਼ਨ ਸਿੱਖਾਂ ਨੂੰ ਮੋਰਚਾ ਲਾਉਣਾ ਪਿਆ ਸੀ। ਉਹਦੀ ਖਾਤਰ ਮੋਰਚਾ ਲਾਉਣਾ ਪਿਆ ਸੀ ਬਈ ਇਹਦਾ ਕੈਂਪ ਵਧਾਓ। ਫਿਰ ਉਹ ਬਾਬਾ ਜੀ ਦਾ ਦਿੱਲੀ ਦੀਵਾਨ ਲੱਗਿਆ ਹੋਇਆ। ਰਾਗੀ ਸੁਰਜਣ ਸਿੰਘ ਨੇ ਜਿਹੜੇ ਸੋਚ ਕੇ ਆਉਣਾ ਵੀ ਮੈਂ ਅੱਜ ਬਾਬਾ ਜੀ ਨੂੰ ਇਹ ਬਚਨ ਸੁਣਾ ਕੇ ਖੁਸ਼ ਕਰੂੰਗਾ। ਬਾਬਾ ਜੀ ਨੇ ਪਹਿਲਾਂ ਉਹੀ ਬਚਨ ਸ਼ੁਰੂ ਕਰ ਦੇਣੇ। ਫਿਰ ਅਖੀਰ ਦੇ ਉੱਤੇ ਤੇ ਉਹ ਬਾਬਾ ਜੀ ਨੂੰ ਕਹਿੰਦਾ ਵੀ ਬਾਬਾ ਜੀ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦਾ। ਇਹ ਵੀ ਸਿੱਖੋ ਸੁਣਨਾ ਜੀ। ਕਹਿੰਦਾ ਜੀ ਜ਼ਰੂਰੀ ਗੱਲ ਕਰਨੀ ਚਾਹੁੰਦਾ। ਬਾਬਾ ਜੀ ਕਹਿੰਦੇ ਕੋਈ ਦਾ ਰਾਗਾ ਸੀ ਆ ਜਾ ਅੰਦਰ। ਉਹ ਇਕੱਲਾ ਤਾਂ ਜਾ ਨਹੀਂ ਸਕਦਾ। ਪ੍ਰੇਮ ਸਿੰਘ ਨਾਲ ਗਿਆ ਜੋੜੀ ਵਾਲਾ। ਉਹ ਜਿਹੜਾ ਕਿ ਇੰਗਲੈਂਡ ਸੀ ਲੈਸਟਰ ਸ਼ਹਿਰ ਦੇ ਵਿੱਚ ਰਹਿੰਦਾ ਸੀ। ਬਾਅਦ 'ਚ ਉਹਨੇ ਸੁਸਾਈਡ ਕਰ ਲਈ ਸੀ ਆਤਮ ਹੱਤਿਆ ਬਿਮਾਰ ਰਹਿੰਦਾ ਸੀ। ਮੈਂ ਉਹਦੇ ਕੋਲ ਮਿਲਿਆ ਮੈਨੂੰ ਉਹਨੇ ਸਾਰਾ ਦੱਸਿਆ। ਅਤੇ ਉਹ ਕਹਿੰਦਾ ਵੀ ਐਸਾ ਗੱਲ ਸੀ। ਫਿਰ ਉਹਨੇ ਰਾਗੀ ਸੁਰਜਣ ਸਿੰਘ ਕਹਿੰਦਾ ਵੀ ਬਾਬਾ ਜੀ ਤੁਸੀਂ ਬਹੁਤ ਕਿਰਪਾ ਕੀਤੀ ਆ ਪਰ ਮੇਰੀ ਇੱਕ ਬੇਨਤੀ ਆ ਤੁਹਾਡੇ ਚਰਨਾਂ 'ਚ। ਬਾਬਾ ਜੀ ਕਹਿੰਦਾ ਦੱਸ ਵੀ ਰਾਗਾ ਸਿੰਘ ਕੀ ਆ। ਅਤੇ ਉਹ ਕਿ ਬਾਬਾ ਜੀ ਉਹਨੇ ਕੀਤਾ ਉਹ ਕਹਿੰਦਾ ਬਾਬਾ ਜੀ ਜਦੋਂ ਮੈਂ ਮਰ ਕੇ ਦਰਗਾਹ 'ਚ ਜਾਊਂਗਾ ਮੈਨੂੰ ਮੂਹਰੇ ਤੁਸੀਂ ਹੋਣੇ ਚਾਹੀਦਾ ਮੇਰਾ ਅੱਗਾ ਸਵਾਰ ਲਈ। ਅਤੇ ਬਾਬਾ ਜੀ ਚੁੱਪ ਕਰ ਗਏ। ਫਿਰ ਬਾਬਾ ਜੀ ਨੇ ਨਾ ਬਚਨ ਕਰ ਲਿਆ। ਬਾਬਾ ਜੀ ਨੇ ਬਚਨ ਕਰ ਲਿਆ। ਬਾਬਾ ਜੀ ਕਹਿੰਦੇ ਕੋਈ ਨਾ ਰਾਗਾ ਸਿੰਘ ਠੀਕ ਆ। ਸ਼੍ਰੋਮਣੀ ਕਮੇਟੀ ਦੀ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਜਿਹੜੇ ਵੱਡੇ ਰਾਗੀ ਆ ਉਹਨਾਂ ਦੀ ਬੁੱਕ ਦੇਖੋ ਜਿਹਦੇ ਵੱਡੇ ਰਾਗੀ ਆ ਜਿਹਦੇ ਸਿੱਖਾਂ ਦੇ ਵੱਡੇ ਰਾਗੀ ਆ ਉਹ ਬੁੱਕ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਲਿਖਿਆ ਹੋਇਆ ਵੀ ਰਾਗੀ ਸੁਰਜਣ ਸਿੰਘ ਜਦੋਂ ਦਰਗਾਹ ਨੂੰ ਜਾਣਾ ਸੀ ਉਹਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਕਰ ਲਿਆ ਸੀ। ਕਹਿੰਦਾ ਬਾਬਾ ਜੀ ਮੈਨੂੰ ਰਾਗਾ ਸਵਾਰੀ ਤੁਸੀਂ ਮੂਹਰੇ ਚਾਹੀਦੇ। ਰਾਗੀ ਫਿਰ ਲਿਖਿਆ ਰਾਗੀ ਸੁਰਜਣ ਸਿੰਘ ਸਰੀਰ ਛੱਡਣ ਤੋਂ 6 ਮਹੀਨੇ ਪਹਿਲਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦਰਗਾਹ ਨੂੰ ਚਲੇ ਗਏ ਸੀ। ਇਹ ਉਹ ਰੂਹਾਂ ਅਤੇ ਵੀ ਮੈਂ ਸਾਰਾ ਦਿਨ ਸੁਣਾ ਸਕਦਾ। ਭਾਈ ਸਾਹਿਬ ਕੋਲ ਤੇਜ਼ੀ ਕਰਦੇ ਕੋਈ ਗੱਲ ਨਹੀਂ। ਅਤੇ ਇਹਨਾਂ ਦੀ ਸਟੇਜ ਹੈ ਮਾਲਕ ਹੈ ਇਹੀ ਬੇਨਤੀ ਹੈ ਜੀ। ਬਾਕੀ ਜਦੋਂ ਕਦੇ ਸਬੱਬੀ ਸਮਾਂ ਲੱਗਿਆ ਦੱਸ ਫੇਰ ਸੁਣਾਊਗਾ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਦੱਸ ਮਾਫੀ ਮੰਗਦਾ ਵੀ ਜੇ ਕਿਸੇ ਦਾ ਮਨ ਦੁਖਿਆ ਹੋਇਆ ਉਹਦੀ ਵੀ ਦੱਸ ਮਾਫੀ ਮੰਗਦਾ। ਸਾਡੇ ਕੋਲ ਅਮਰੀਕਾ ਨਾਨਚਰ ਕੋਈ ਵੀ ਮਹਾਤਮਾ ਆਵੇ ਅਸੀਂ ਉੱਥੇ ਦੀਵਾਨ ਲਵਾਵਾਂਗੇ ਵੱਧ ਤੋਂ ਵੱਧ ਗੱਲ ਕਿਹੜੀ ਆ। ਅਤੇ ਅੰਤ ਵਿੱਚ ਇਹੀ ਦੱਸ ਭੁੱਲਾਂ ਚੁੱਕਾਂ ਦੀ ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।